अंकुश कोहली साडे नाल लाइव मौजूद ने जानकारी लै लैंदे आ। अंकुश, खास तौर पर जेकर गल की जाए तो पिछले दिनी किसानां दीयां जिहड़ियां मीटिंगां ने उन्हां दा दौर निरंतर जारी रहा। सीएम साहब दे नाल भी मीटिंग हुई, कोई पुख्ता हल नहीं निकलिया। तो हुण किसान की मंग कर रहे हैं तो उन्हां नूं की लगदा है कि किन्नी छेती उन्हां दीयां मंगां वल गौर फरमा सकदी है पंजाब सरकार? बिल्कुल गुरप्रीत दस दिए कि जिथे असीं इस वेले खड़े है बिल्कुल ये थां जिहड़ी हैगी है इस वेले जिस तरह दिल्ली च तमाम प्रदर्शन चले सीगे सिंघू बॉर्डर वगैरह दे उही बॉर्डरां दी याद जिहड़ी है ये थां इस वेले करवा रही हैगी है। तमाम तस्वीरां तुहानूं दिखा रहे हैं, दूर दूर तक ट्रैक्टर ही ट्रैक्टर नज़र आ रहे हैं, किसान ही किसान नज़र आ रहे हैं ते तमाम लंबे तो मंगां किसानी कीते नाल जुड़ियां होईयां। इत्थे गलबात भी असीं कर लैंदे आ। सर अपना नाम की है जी? मेरा नाम जगसीर सिंह झुंबा, भारतीय किसान यूनियन एकता गराਹਾਂ ਜ਼ਿਲ੍ਹਾ ਕਮੇਟੀ ਮੈਂਬਰ। तमाम लंबे तो मंगां हैगियां ते हुण मुੱਖ ਮੰਗਾਂ ਕੀ ਹੈਗੀਆਂ? सब तो ਮੁੱਖ ਮੰਗਾਂ ਤਾਂ ਸਾਡੀ ਨਰਮੇ ਦੀ ਫਸਲ ਵੱਡੀ ਪੱਧਰ ਤੇ ਖਰਾਬ ਹੋ ਗਈ ਆ, ਗਵਾਰੀਆਂ ਦੀ ਫਸਲ ਖਰਾਬ ਹੋ ਗਈ ਆ ਤੇ ਨਾਲ ਮੂੰਗੀ ਵੀ ਖਰਾਬ ਹੋ ਗਈ ਆ। ਤੇ ਜਿਹੜੀ ਭਗਵੰਤ ਮਾਨ ਮਤਲਬ ਸਤਾ ਤੋਂ ਪਹਿਲਾਂ ਬਾਹਰ ਸੀ ਉਦੋਂ ਗੱਲਾਂ ਕੀ ਕਰਦੀ ਸੀ, ਆਂਦੀ ਮੈਂ ਧਰਨੇ ਮਿਆਰੇ ਨਹੀਂ ਲੱਗਣ ਦਿੰਦੀ ਤੇ ਮਤਲਬ ਸਰਕਾਰੀ ਨੌਕਰੀਆਂ ਦੇਊਂਗਾ। ਤੇ ਜਦੋਂ ਸਤਾ ਚ ਆ ਕੇ ਉਦੋਂ ਇਹ ਮੁੱਕਰ ਜਾਂਦੇ ਆ ਤਾਂ ਨਾਲ ਸਾਡੀ ਜਿਹੜੀ ਨਰਮੇ ਦੀ ਫਸਲ ਵੱਡੀ ਪੱਧਰ ਤੇ ਪ੍ਰਭਾਵਿਤ ਹੋਈ ਆ ਉਹਦੀ ਹਜੇ ਤੱਕ ਗਿਰਦਾਵਰੀ ਨਹੀਂ ਕਰਾਈ। ਤੁਹਾਡੇ ਜਥੇਬੰਦੀ ਦੀ ਵੀ ਹੁਣੇ ਜਿਹੜੀ ਹੈ ਮੀਟਿੰਗ ਹੋਈ ਸੀਗੀ ਭਗਵੰਤ ਮਾਨ ਸੀਐਮ ਭਗਵੰਤ ਮਾਨ ਨਾਲ, ਉਸ ਵੇਲੇ ਕੋਈ ਗੱਲਬਾਤ ਨਹੀਂ ਬਣੀ? ਗੱਲਬਾਤ ਤਾਂ ਮੰਨਣ ਨੂੰ ਤਾਂ ਸਾਰੀਆਂ ਤਿਆਰ ਆ ਜੀ, ਮੰਨ ਗਏ। ਕੁਝ ਦਲੀਲਾਂ ਦਾ ਆਂਕੜਾ ਬਣਾਉਂਦੇ ਆ ਜੀ ਤੇ ਮਤਲਬ ਜੇ ਕੋਈ ਮਤਲਬ ਕਹਿ ਤਾਂ ਦਿੰਦੇ ਆ ਤੇ ਮਤਲਬ ਜੇ ਜਿਹੜਾ ਉਹ ਤੇ ਪੂਰਾ ਨਹੀਂ ਉਤਰਦੇ, ਤਾਂ ਕਰਕੇ ਕੋਈ ਸਾਡੇ ਹੱਥ ਤੇ ਰੱਖਣਾ ਜਿਹੜੀਆਂ ਮਤਲਬ ਸ਼ਰਤਾਂ ਮੰਨਦੇ ਆ, ਸ਼ਰਤਾਂ ਸਾਰੀਆਂ ਮੰਨ ਗਏ ਉਹ ਲਾਗੂ ਨਹੀਂ ਕਰਦੇ, ਤਾਂ ਕਰਕੇ ਸਾਨੂੰ ਅਣਮਿੱਥੇ ਸਮੇਂ ਲਈ ਧਰਨਾ ਲਾਉਣਾ ਪਿਆ। ਤੇ ਹੋਰ ਵੀ ਕਿਸਾਨ ਆ ਰਹੇ ਨੇ ਜਗ੍ਹਾ ਜਗ੍ਹਾ ਤੋਂ? ਕਿਸਾਨ ਜੀ ਸਾਰੇ ਪੰਜਾਬ ਚੋਂ ਆ ਰਹੇ ਆ। ਇਹ ਅਣਮਿੱਥੇ ਸਮੇਂ ਲਈ ਧਰਨਾ ਜਿੰਨਾ ਚਿਰ ਸਾਡੇ ਜਿਹੜੀਆਂ ਕਿਸਾਨੀ ਮੰਗਾਂ ਮਜ਼ਦੂਰਾਂ ਨੂੰ ਮੁਆਵਜ਼ਾਗਾ ਜਿਹੜਾ ਮਤਲਬ ਪਿਛਲੀ ਕਾਂਗਰਸ ਸਰਕਾਰ ਮੰਨੀ ਆ ਉਹਨਾਂ ਨੂੰ ਹਜੇ ਤੱਕ ਧੇਲਾ ਨਹੀਂ ਦਿੱਤਾ। ਜੇ ਸਾਡੇ ਨੌਜਵਾਨ ਰੁਜ਼ਗਾਰ ਮੰਗਦੇ ਉਹਨਾਂ ਦੇ ਬੱਖੀਆਂ 'ਚ ਨਾਂਗਾਂ ਮਾਰੀਆਂ ਜਾਂਦੀਆਂ, ਉਹਨਾਂ ਨੂੰ ਜੂੰਡਾਂ ਤੋਂ ਪੱਗਾਂ ਲਾਈਆਂ ਜਾਂਦੀਆਂ, ਤਾਂ ਕਰਕੇ ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਾਉਣ ਖਾਤਰ ਅਸੀਂ ਨਹੀਂ ਆਂਦੇ ਝੋਨੇ ਦੀ ਅਸੀਂ ਪਰਾਲੀ ਨੂੰ ਅੱਗ ਲੈ ਕੇ ਅਸੀਂ ਇਹਨੇ ਸਰਕਾਰ ਲੈ ਜੇ ਸਾਨੂੰ ਵਾੜ ਮੇਲਾ ਦੇ ਕਰਦੇ 15-20 ਦਿਨਾਂ 'ਚ ਅਸੀਂ ਕਣਕ ਬੀਜਣੀ ਆ। ਪ੍ਰਤੀ ਕੁਇੰਟਲ ਫਸਲ ਦੇ ਹਿਸਾਬ ਨਾਲ 200 ਰੁਪਏ ਮੁਆਵਜ਼ਾ ਚਾਹੀਦਾ ਹੈਗਾ ਪਰਾਲੀ ਲਈ, ਸਾਂਭ ਸੰਭਾਲ ਲਈ। ਸਾਡੀ ਮੰਗ ਆ ਜੀ 200 ਰੁਪਿਆ ਤੇ ਦੇ ਤਾਂ ਕੁਛ ਰਹੀ ਨਹੀਂ ਕੁਛ ਵੀ, ਜਾਂ 5000 ਰੁਪਿਆ ਕਿੱਲੇ ਮਗਰ ਦਿੱਤਾ ਜਾਵੇ ਸਾਨੂੰ। ਤੇ ਜਿਹੜਾ ਇਹਦਾ ਸਾਂਭ ਸੰਭਾਲਾ ਸੀ ਕੋਈ ਮਤਲਬ ਇੱਕ ਥਾਂ ਤੇ ਜਾਂ ਬਠਿੰਡੇ ਵਾਲਾ ਥਰਮਲ ਸੀ 2200 ਕਿੱਲੇ 'ਚ ਉਹਨੂੰ ਚਲਾਉਣ ਦੇ ਉਹ 2 ਜ਼ਿਲ੍ਹਿਆਂ ਦੀ ਪਰਾਲੀ ਨੂੰ ਖਪਤ ਕਰਦਾ। ਨਾਲੇ ਕਿਸਾਨੀ ਜਿਵੇਂ ਸਾਡੀ ਤੂੜੀ ਵਿਕਦੀ ਆ, ਗੁਆਰੇ ਦਾ ਨੀਰਾ ਵਿਕਦਾ ਗਾ, ਸਰੋਂ ਦਾ ਕੁੱਟਲ ਵਿਕਦਾ ਗਾ, ਤਾਂ ਇਹ ਵੀ ਸਾਡੀ ਫਸਲ ਦਾ ਇੱਕ ਅੰਗ ਆ। ਸਾਡੀ ਕੋਈ ਫਸਲ ਦੇ ਅੰਗ ਤੋਂ ਬਾਹਰ ਨਹੀਂ, ਤਾਂ ਕਰਕੇ ਅਸੀਂ ਮੰਗ ਕਰਦੇ ਆ ਸਰਕਾਰ ਡੰਡੇ ਦੇ ਜ਼ੋਰ ਨਾਲ ਸਾਰਾ ਕੁਝ ਦਵਾ ਰਹੀ ਆ। ਜ਼ਮੀਨਾਂ ਲਾਲ ਲਖੀਰਾਂ 'ਚ ਅੰਮ੍ਰਿਤਸਰ ਗੁਰਦਾਸਪੁਰ ਕਰਨੀ ਬਹੁਤ ਵੱਡੀ ਅਖਬਾਰ 'ਚ ਖਬਰ ਲੱਗੀ ਆ, ਉਹ ਲਾਲ ਲਖੀਰਾਂ 'ਚ ਤਾਂ ਅਸੀਂ ਆਣੇ ਆ ਪ੍ਰਬੰਧ ਕਰੇ ਸਰਕਾਰ, ਡੰਡੇ ਜ਼ੋਰ ਨਾਲ ਕੋਈ ਵੀ ਗੱਲ ਦਵਾਈ ਨਾ ਜਾ ਸਕੇ। ਬਿਲਕੁਲ ਗੁਰਪ੍ਰੀਤ ਦੱਸਣਾ ਚਾਹਾਂਗੇ ਜਿਸ ਤਰ੍ਹਾਂ ਦਿੱਲੀ 'ਚ ਤਮਾਮ ਉੱਥੇ ਰੋਟੀ ਪਕਾਈ ਜਾਂਦੀ ਸੀਗੀ ਉਹੀ ਸਭ ਜਿਹੜਾ ਹੈਗਾ ਇੱਥੇ ਵੇਖਣ ਨੂੰ ਮਿਲ ਰਿਹਾ ਹੈਗਾ। ਪੂਰੀ ਫਿਰ ਤਿਆਰੀ ਕਰਕੇ ਆਏ ਹੋ ਜੀ? ਪੂਰੀ ਤਿਆਰੀ 'ਚ ਹੀ ਆਏ ਆ ਜੀ। ਤੇ ਸਾਰਾ ਰਾਸ਼ਨ ਪਾਣੀ ਨਾਲ? ਰਾਸ਼ਨ ਪਾਣੀ ਸਾਡੇ ਕੋਲ ਹੈਗਾ ਜੀ 6-6 ਮਹੀਨੇ ਦਾ ਪੂਰਾ ਪ੍ਰਬੰਧ। ਬਿਲਕੁਲ ਇਹ ਬੋਲ ਵੀ ਉਹੀ ਲੱਗ ਰਹੇ ਨੇ ਗੁਰਪ੍ਰੀਤ, ਜਿਸ ਤਰ੍ਹਾਂ ਉੱਥੇ ਕਿਹਾ ਜਾਂਦਾ ਸੀਗਾ ਕਿ ਸਾਰਾ ਰਾਸ਼ਨ ਪਾਣੀ ਅਸੀਂ ਨਾਲ ਹੀ ਲਿਆਏ ਹੈਗੇ ਆ, ਉਸੇ ਤਰ੍ਹਾਂ ਪੂਰਾ ਪ੍ਰਬੰਧ ਕਰਕੇ ਕਿਸਾਨ ਇੱਥੇ ਆਏ ਨੇ ਤੇ ਪੱਕੇ ਡੇਰੇ ਇਸ ਵੇਲੇ ਲੱਗੇ ਹੋਏ ਇੱਥੇ ਦਿਸ ਰਹੇ ਨੇ। ਔਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਤੋਂ ਹੋਰ ਵੀ ਕਿਸਾਨ ਜਿਹੜਾ ਹੈ ਲਗਾਤਾਰ ਜਿਹੜਾ ਹੈ ਇੱਥੇ ਪੁੱਜਣਗੇ ਔਰ ਪੁੱਜ ਵੀ ਰਹੇ ਨੇ। ਔਰ ਦੱਸਦੀ ਕਿ ਸਤੋਜ ਪਿੰਡ ਅੱਗੇ ਜਿਹੜੀ ਸਟੇਜ ਹੈਗੀ ਹੈ ਜਿਸ ਸਾਈਡ ਅਸੀਂ ਖੜੇ ਆ ਉਸ ਤੋਂ ਅੱਗੇ ਸਟੇਜ ਹੈ, ਉਸ ਸਟੇਜ ਤੋਂ ਕੁਛ ਹੀ ਦੂਰੀ 'ਚ ਜਿਹੜਾ ਹੈਗਾ ਹੈ ਸੀਐਮ ਭਗਵੰਤ ਮਾਨ ਦੀ ਜਿਹੜਾ ਰਿਹਾਇਸ਼ ਹੈਗੀ ਹੈ ਪਿੰਡ ਦੀ ਸਤੋਜ ਪਿੰਡ 'ਚ। ਤੇ ਇਹ ਤਮਾਮ ਮੰਗਾਂ ਹੈਗੀਆਂ ਨੇ, ਚਾਹੇ 23 ਫਸਲਾਂ ਤੇ MSP ਦੀ ਮੰਗ ਹੋਵੇ, ਚਾਹੇ ਲਖੀਮਪੁਰ ਖੀਰੀ ਜੋ ਇੰਸੀਡੈਂਟ ਹੋਇਆ ਸੀ ਉਸ ਜਿਹੜੇ ਕਿਸਾਨਾਂ ਦੀ ਮੌਤ ਹੋਈ ਸੀ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੀ ਮੰਗ ਹੋਵੇ, 10 ਲੱਖ ਇੱਕ ਪਰਿਵਾਰ ਨੂੰ ਦੇਣ ਦੀ ਮੰਗ ਹੋਵੇ, ਜਿਹੜੇ ਦੋਸ਼ੀ ਸੀਗੇ ਜਿਹੜੇ ਆਰੋਪੀ ਸੀਗੇ ਉਹਨਾਂ ਨੂੰ ਲੈ ਕੇ ਜਿਹੜਾ ਮੰਗ ਹੈਗੀ ਹੈ ਕਿ ਉਹਨਾਂ ਤੇ ਕਾਰਵਾਈ ਨਹੀਂ ਹੋਈ ਜੋ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਜਿਹੜੇ ਫਾਰਮਰ ਪ੍ਰੋਟੈਸਟ ਸਿੰਘੂ ਬਾਰਡਰ ਤੇ ਚੱਲਿਆ ਸੀਗਾ ਜਾਂ ਤਮਾਮ ਬਾਰਡਰਾਂ ਤੇ ਦਿੱਲੀ ਚੱਲਿਆ ਸੀ, ਉਹ ਬਾਰਡਰਸ ਤੇ ਵੀ ਜਿਹੜਾ ਹੈਗਾ ਕਿਸਾਨ ਜੋ ਸ਼ਹੀਦ ਹੋਏ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਕਹਿੰਦੇ ਸਰਕਾਰੀ ਨੌਕਰੀ ਚਾਹੀਦੀ ਹੈ ਤੇ ਨਰਮੇ ਦੀ ਫਸਲ ਖਰਾਬ ਹੋਈ ਸੀ ਉਸ ਦਾ ਮੁਆਵਜ਼ਾ, ਇਸ ਤੋਂ ਇਲਾਵਾ ਲੰਪੀ ਸਕਿਨ ਨਾਲ ਜੋ ਪਸ਼ੂ ਮਰ ਰਹੇ ਹੈਗੇ ਨੇ ਉਸ ਦਾ ਜਿਹੜਾ ਹੈਗਾ ਮੁਆਵਜ਼ਾ ਦਿੱਤਾ ਜਾਵੇ। ਤੇ ਤਮਾਮ ਮੁਆਵਜ਼ਿਆਂ ਦੀ ਗੱਲ ਔਰ ਪਰਾਲੀ ਨੂੰ ਲੈ ਕੇ ਅਗਰ ਪਹਿਲਾਂ ਕੋਈ ਕੇਸ ਪਏ ਹੈਗੇ ਆ ਉਹ ਕੇਸ ਕਿਸਾਨਾਂ ਤੋਂ ਖਤਮ ਕੀਤੇ ਜਾਣ। ਇਸ ਤੋਂ ਇਲਾਵਾ
ਹੋਰ ਕਈ ਮੰਗਾਂ ਹੈਗੀਆਂ ਕਿ ਸਾਂਭ ਸੰਭਾਲ ਲਈ ਪ੍ਰਤੀ ਕੁਇੰਟਲ ਫਸਲ ਤੇ 200 ਰੁਪਏ ਜਿਹੜਾ ਮੁਆਵਜ਼ਾ ਦਿੱਤਾ ਜਾਵੇ। ਇਹ तमाम ਮੰਗਾਂ ਨੂੰ ਲੈ ਕੇ ਹੁਣ ਪੱਕੇ ਡੇਰੇ ਜਿਹੜੇ ਹੈ ਕਿਸਾਨ ਇੱਥੇ ਲਾ ਲਏ ਨੇ ਸਤੋਜ ਪਿੰਡ ਦੇ ਨੇੜੇ ਸੰਗਰੂਰ ਵਿਖੇ, ਤੇ ਇਹ ਹੋਰ ਜਿਹੜਾ ਹੈਗਾ ਸੰਘਰਸ਼ ਤੇਜ਼ ਹੁੰਦਾ ਹੋਇਆ ਹੀ। ਅੰਕੁਸ਼, ਜੇਕਰ ਇਸ ਪੱਕੇ ਮੋਰਚੇ ਦੀ ਗੱਲਬਾਤ ਕੀਤੀ ਜਾਏ ਤਾਂ ਇਹ ਪੱਕਾ ਮੋਰਚਾ ਉਗਰਾਹਾਂ ਜਥੇਬੰਦੀ ਵੱਲੋਂ ਹੈ ਜਾਂ ਫਿਰ ਹੋਰ ਵੀ ਕੋਈ ਜਥੇਬੰਦੀ ਇਹਨਾਂ ਨੂੰ ਸਮਰਥਨ ਦੇ ਰਹੀ ਹੈ ਕਿਸਾਨ ਜਥੇਬੰਦੀਆਂ ਦੀ? ਕਿਉਂਕਿ ਜਿਸ ਹਿਸਾਬ ਦੇ ਨਾਲ ਉਗਰਾਹਾਂ ਜਥੇਬੰਦੀ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਸੀਐਮ ਸਾਹਿਬ ਦੇ ਨਾਲ, ਉਹਨਾਂ ਦੇ ਵਿੱਚ ਵੀ ਕਹਿ ਸਕਦੇ ਹਾਂ ਕਿ ਭਰੋਸਾ ਜ਼ਰੂਰ ਜਤਾਇਆ ਗਿਆ, ਲੇਕਿਨ ਕਿਸਾਨਾਂ ਨੂੰ ਕਾਫੀ ਖਦਸ਼ੇ ਨੇ ਕਿ ਸਾਡੀਆਂ ਮੰਗਾਂ ਵੱਲ ਗੌਰ ਨਹੀਂ ਫਰਮਾਇਆ ਜਾ ਰਿਹਾ। ਇੱਕ ਵਾਰੀ ਸਾਨੂੰ ਭਰੋਸਾ ਜ਼ਰੂਰ ਦਿੱਤਾ ਜਾਂਦਾ ਹੈ ਮੀਟਿੰਗ ਦੇ ਦੌਰਾਨ ਕਿ ਤੁਹਾਡੀਆਂ ਮੰਗਾਂ 'ਤੇ ਵਿਚਾਰ ਜ਼ਰੂਰ ਕਰਾਂਗੇ, ਉਸ ਨੂੰ ਪੂਰਾ ਜ਼ਰੂਰ ਕਰਾਂਗੇ, ਲੇਕਿਨ ਜ਼ਮੀਨੀ ਹਕੀਕਤ 'ਤੇ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਉਹ ਖੋਖਲੇ ਸਾਬਤ ਹੋ ਰਹੇ। ਬਿਲਕੁਲ ਗੁਰਪ੍ਰੀਤ, ਪਹਿਲਾਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦੇ ਦਈਏ ਕਿ ਜਿਹੜਾ BKU ਉਗਰਾਹਾਂ, ਬਿਲਕੁਲ BKU ਉਗਰਾਹਾਂ ਦੇ ਬੈਨਰ ਤਲੇ ਜਿਹੜਾ ਹੈਗਾ ਇਹ ਸੰਘਰਸ਼ ਅਜੇ ਜਿਹੜਾ ਹੈਗਾ ਵਿਟਿਆ ਗਿਆ, ਤੇ ਅੱਗੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਜਿਹੜੀ ਜਥੇਬੰਦੀਆਂ ਇਹਨਾਂ ਦਾ ਸਾਥ ਦੇਣ, ਲੇਕਿਨ ਹਲੇ ਸ਼ੁਰੂਆਤੀ ਦੌਰ ਤੇ ਜਿਹੜਾ ਹੈਗਾ ਇਹ BKU ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਹੀ ਵਿਟਿਆ ਗਿਆ ਹੈਗਾ, ਤੇ ਉਹਨਾਂ ਦੇ ਕੋਲ ਤੇ ਹੀ तमाम ਕਿਸਾਨ ਥਾਂ ਤੋਂ ਜਿਹੜਾ ਹੈਗਾ ਪੰਜਾਬ ਤੋਂ ਇੱਥੇ ਪੁੱਜ ਰਹੇ ਆ। ਔਰ ਜਿਹੜਾ ਸੰਘਰਸ਼ ਜਿਸ ਤਰ੍ਹਾਂ ਵੇਖ ਸਕਦੇ ਹੋ ਤਸਵੀਰਾਂ ਬਿਆਨ ਕਰਦੀਆਂ ਨੇ ਸਾਰੀਆਂ ਕਿ ਕਿਸ ਤਰ੍ਹਾਂ ਜਿਹੜਾ ਤਰਪਾਲਾਂ ਪਈਆਂ ਹੋਈਆਂ ਨੇ, ਕਿਉਂਕਿ ਮੌਸਮ ਵੀ ਖਰਾਬ ਹੈਗਾ, ਹਰ ਚੀਜ਼ ਦੀ ਤਿਆਰੀ, ਰਾਸ਼ਨ ਦੀ ਤਿਆਰੀ, ਹਰ ਚੀਜ਼ ਦੀ ਤਿਆਰੀ ਜਿਹੜਾ ਕਿਸਾਨ ਕਰਕੇ ਬੈਠੇ ਹੋਏ ਨੇ। ਤੇ ਹੋਰ ਵੀ ਇੱਥੇ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਅਸੀਂ ਜ਼ਰੂਰ ਕਰਾਂਗੇ। ਕਾਫੀ ਕਿਸਾਨ ਦੂਰ ਤੱਕ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਟਰਾਲੀਆਂ ਹੀ ਟਰਾਲੀਆਂ ਕਿਸਾਨਾਂ ਦੀਆਂ ਜਿਹੜੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਇਸ ਵੇਲੇ। ਹਾਂਜੀ ਸਰ, ਆਪਣਾ ਨਾਮ ਜੀ? ਹਾਂਜੀ, ਨਾਮ ਕੀ ਆਪਣਾ ਸਰ? ਭਰਪੂਰ ਸਿੰਘ ਜੀ। ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਜੀ? ਬੜੀ ਭੱਟੀਆਲ। ਦੂਰ ਤੋਂ ਇਸ ਵੇਲੇ ਦਿਸ ਰਿਹਾ ਹੈਗਾ ਕਿ ਕਿਸਾਨ ਇੱਥੇ ਪੁੱਜੇ ਹੈਗੇ ਆ, ਤੇ ਹੋਰ ਕਿੰਨਾ ਸੰਘਰਸ਼ ਤੇਜ਼ ਹੋਵੇਗਾ? ਬਹੁਤ ਦੂਰੋਂ, ਕਾਫੀ ਦੂਰੋਂ ਆਏ ਹੈਗੇ ਨੇ, ਤੇ ਸਰਕਾਰਾਂ ਅੱਗੇ ਜਿਹੜੀਆਂ ਮੰਗਾਂ ਹੈਗੀਆਂ ਉਹ ਮਨਵਾ ਕੇ ਜਾਣ ਦੀ ਗੱਲ ਕੀਤੀ ਹੈ। ਬਿਲਕੁਲ ਗੁਰਪ੍ਰੀਤ, ਵੇਖ ਸਕਦੇ ਹੋ ਤਸਵੀਰਾਂ, ਜਗ੍ਹਾ ਤੇ ਟਰਾਲੀਆਂ 'ਚ ਇਸ ਵੇਲੇ ਜਿਹੜਾ ਹੈਗਾ ਹੁਣੇ ਜਿਹੜਾ ਰੈਸਟ ਕਰਕੇ ਨਿਕਲੇ ਨੇ ਕਿਸਾਨ, ਕਿਉਂਕਿ ਰਾਤ ਦਾ ਸਮਾਂ ਸੀਗਾ ਤੇ ਉਸ ਤੋਂ ਬਾਅਦ ਮੀਂਹ ਦਾ ਵੀ ਮੌਸਮ ਬਣਿਆ ਹੋਇਆ ਹੈਗਾ, ਤੇ तमाम ਚੀਜ਼ਾਂ ਨੂੰ ਲੈ ਕੇ ਤਰਪਾਲਾਂ ਵਗੈਰਾ ਸਭ ਚੀਜ਼ ਦੀ ਤਿਆਰੀ ਕਰਕੇ ਕਿਸਾਨ ਇੱਥੇ ਬੈਠੇ। ਹੁਣ ਵੇਖਣਾ ਹੋਵੇਗਾ ਸਰਕਾਰ ਦਾ ਕੀ ਪ੍ਰਤੀਕਰਮ ਰਹਿੰਦਾ ਹੈਗਾ, ਕਿ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹੋਰ ਮੀਟਿੰਗਸ ਜਿਹੜੀਆਂ ਉਹ ਜਿਹੜਾ ਉਸ ਦਾ ਸਮਾਂ ਕੋਈ ਦਿੱਤਾ ਜਾਂਦਾ ਹੈ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜੋ ਹੁਣ ਮੀਟਿੰਗਸ ਹੋਈਆਂ तमाम ਮੰਗਾਂ ਮੰਨਣ ਦੀ ਗੱਲ ਜ਼ਰੂਰ ਕੀਤੀ ਗਈ ਹੈਗੀ ਹੈ, ਲੇਕਿਨ ਸਿਰੇ ਨਹੀਂ ਚੜ੍ਹਨੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ, ਜੋ ਡਿਮਾਂਡਸ ਹੈਗੀਆਂ ਨੇ, ਜਦੋਂ ਸਿਰੇ ਚੜ੍ਹਨਗੀਆਂ ਤਦ ਹੀ ਉੱਠਾਂਗੇ। ਇਹ ਸਿੱਧੇ ਤੌਰ ਤੇ ਜਿਹੜਾ ਹੈਗਾ ਕਿਸਾਨਾਂ ਦਾ ਕਹਿਣਾ ਹੈ। ਤੇ ਇੱਧਰ ਹੋਰ ਵੀ ਕਿਸਾਨ ਕੁਝ ਖਾਸ ਤੌਰ ਤੇ ਜਿਸ ਹਿਸਾਬ ਦੇ ਨਾਲ ਇਹ ਗੱਲਬਾਤ ਕਹਿ ਰਹੇ ਨੇ, ਬਿਲਕੁਲ ਤੁਸੀਂ ਗੱਲਬਾਤ ਜ਼ਰੂਰ ਕਰੋ ਇਹਨਾਂ। ਹਾਂਜੀ, ਆਪਣਾ ਨਾਮ ਜੀ? ਮੇਰਾ ਨਾਮ ਜਗਸੀਰ ਸਿੰਘ। ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਜ਼ਿਲ੍ਹਾ ਮਾਨਸਾ, ਬਲਾਕ ਬਢਲਾਡਾ, ਪਿੰਡ ਦੋਦੜਾ। ਅੱਛਾ, BKU ਉਗਰਾਹਾਂ ਦੀ ਕੋਲ ਤੇ ਸਾਰੇ ਆਏ ਗਏ ਜਾਂ ਹੋਰ ਜਥੇਬੰਦੀਆਂ ਵੀ ਨਾਲ ਜਿਹੜੀਆਂ ਹੈਗੀਆਂ ਸਾਥ ਦੇ ਰਹੀਆਂ ਨੇ? ਨਾ, ਅਸੀਂ ਇਕੱਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਉਗਰਾਹਾਂ ਵੱਲੋਂ ਹੀ ਹਲੇ ਜਿਹੜਾ ਵਿਟਿਆ ਗਿਆ। ਤੇ ਬਿਲਕੁਲ ਜਿਸ ਤਰ੍ਹਾਂ ਗੁਰਪ੍ਰੀਤ ਅਸੀਂ ਦੱਸ ਰਹੇ ਸੀ BKU ਉਗਰਾਹਾਂ ਦੀ ਕੋਲ ਤੇ ਹੀ ਜਿਹੜਾ ਹੈ तमाम ਜਿਹੜਾ ਸੰਘਰਸ਼ ਵਿਟਿਆ ਗਿਆ ਹੈਗਾ, ਤੇ ਬਿਲਕੁਲ ਵੇਖ ਸਕਦੇ ਹੋ ਕਿਸ ਤਰ੍ਹਾਂ ਪੂਰੀਆਂ ਪੱਕੀਆਂ ਤਿਆਰੀਆਂ ਕਰਕੇ ਇਸ ਵੇਲੇ ਕਿਸਾਨ ਜਿਹੜਾ ਹੈ ਸਤੋਜ ਪਿੰਡ ਲਾਗੇ CM ਭਗਵੰਤ ਮਾਨ ਦੀ ਰਿਹਾਇਸ਼ ਲਾਗੇ ਜਿਹੜਾ ਹੈਗਾ ਪੱਕੇ ਡੇਰੇ ਲਾ ਚੁੱਕੇ ਨੇ। ਤੇ ਬਿਲਕੁਲ ਸੰਘਰਸ਼ ਤੇਜ਼ ਔਰ ਪਲ ਦੀ ਅਪਡੇਟ ਅਸੀਂ ਇੱਥੋਂ ਜ਼ਰੂਰ ਪਹੁੰਚਾਉਂਦੇ ਰਵਾਂਗੇ। ਹਾਲਾਂਕਿ ਹੁਣ ਵੇਖਣਾ ਹੋਵੇਗਾ ਸਰਕਾਰ ਕੀ ਪ੍ਰਤੀਕਰਮ ਕਰਦੀ ਹੈ, ਕਿ ਆਉਣ ਵਾਲੇ ਸਮੇਂ 'ਚ ਜਾਂ ਅੱਜ ਕੋਈ ਕੁਝ ਖਾਸ ਤੌਰ ਤੇ ਜਿਸ ਹਿਸਾਬ ਦੇ ਨਾਲ ਇਹ ਕਿਸਾਨ ਕਹਿ ਰਹੇ ਨੇ ਕਿ ਸਾਡੀ ਸਰਕਾਰ ਦੇ ਨਾਲ ਮੀਟਿੰਗ ਜ਼ਰੂਰ ਹੋਈ ਆ, ਤੇ ਉਸ ਮੀਟਿੰਗ ਦੇ ਵਿੱਚ ਸਾਨੂੰ ਭਰੋਸਾ ਵੀ ਜਤਾਇਆ ਜਾ ਰਿਹਾ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਲੇਕਿਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਬਾਬਤ ਤੁਹਾਡੀ ਕਿਸੇ ਸਰਕਾਰ ਦੇ ਨੁਮਾਇੰਦੇ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ, ਜਾਂ ਫਿਰ ਇਹਨਾਂ ਨੂੰ ਕੀ ਲੱਗਦਾ ਹੈ ਕਿ ਹੁਣ ਇਹਨਾਂ ਕੋਲ ਕੋਈ ਨੁਮਾਇੰਦਾ ਅੱਜ ਪਹੁੰਚਣ ਦੀ ਆਸ ਹੈ, ਉਮੀਦ ਹੈ, ਜਾਂ ਫਿਰ ਸਿੱਧੇ ਤੌਰ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਕੋਈ ਵੀ ਹੁਣ ਮੀਟਿੰਗ ਨਹੀਂ ਹੋਏਗੀ? ਇਹਨਾਂ ਦਾ ਇਸ ਬਾਬਤ ਕੀ ਕਹਿਣਾ, ਇਸ ਬਾਰੇ ਜ਼ਰੂਰ ਇਹਨਾਂ ਕੋਲੋਂ ਜਾਣਕਾਰੀ ਲਿਓ। ਬਿਲਕੁਲ ਕਿਸਾਨਾਂ ਨਾਲ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋ ਰਹੀ ਹੈ BKU ਉਗਰਾਹਾਂ ਜਥੇਬੰਦੀ ਵਾਲੇ ਨਾਲ, ਇਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਇੰਪਲੀਮੈਂਟੇਸ਼ਨ ਨਹੀਂ ਹੋ ਜਾਂਦੀ, ਕਿ ਕੁਝ ਮੰਗਾਂ ਇਹੋ ਜਿਹੀਆਂ ਜਿਹੜੀਆਂ ਮੰਨ ਲਈਆਂ ਗਈਆਂ ਨੇ ਲੇਕਿਨ ਜਿਹੜੀਆਂ ਹੈਗੀਆਂ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋਈ, ਔਰ ਕੁਝ ਮੰਗਾਂ ਜਿਹੜੀਆਂ ਹੈਗੀਆਂ ਹਜੇ ਮੰਨੀਆਂ ਨਹੀਂ ਗਈਆਂ, ਜਿਹੜੀਆਂ तमाम ਚੀਜ਼ਾਂ ਨੂੰ ਲੈ ਕੇ ਇਹ ਕਿਹਾ ਗਿਆ ਕਿ ਜਦ ਤੱਕ ਲਾਗੂ ਨਹੀਂ ਹੋ ਜਾਂਦੀ ਹਰ ਚੀਜ਼ ਤਦ ਤੱਕ ਜਿਹੜਾ ਹੈਗਾ ਅਸੀਂ ਉੱਠਣ ਦਾ ਨਾਮ ਨਹੀਂ ਲਵਾਂਗੇ ਇੱਥੋਂ। ਇਹ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈਗਾ। ਤੇ ਬਿਲਕੁਲ ਉਹ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਹੁਣ ਸਰਕਾਰ ਦਾ ਕੀ ਪ੍ਰਤੀਕਰਮ ਰਹਿੰਦਾ ਉਹ ਵੇਖਣ ਵਾਲੀ ਗੱਲ ਹੋਵੇਗੀ, ਕਿਉਂਕਿ ਕੁਝ ਦਿਨ ਪਹਿਲਾਂ ਹੀ
ਹੀ ਅਜੇ ਮੀਟਿੰਗ ਹੋਈ ਹੈ ਸੀਐਮ ਭਗਵੰਤ ਮਾਨ ਨਾਲ ਜਿਹੜੀ ਹੈ ਸਿੱਧੇ ਤੌਰ ਤੇ ਮੀਟਿੰਗਸ ਹੋਈਆਂ ਸੀ ਉਗਰਾਹਾਂ ਜਥੇਬੰਦੀ ਦੀਆਂ, ਤੇ ਉਸ 'ਚ ਜਿਹੜਾ ਇਹਨਾਂ ਦਾ ਕਹਿਣਾ ਹੈਗਾ ਕਿ ਭਰੋਸੇ ਜ਼ਰੂਰ ਜਤਾਏ ਗਏ ਨੇ ਲੇਕਿਨ ਇੰਪਲੀਮੈਂਟ ਹੁੰਦੀਆਂ ਚੀਜ਼ਾਂ ਹਜੇ ਨਜ਼ਰ ਨਹੀਂ ਆ ਰਹੀਆਂ ਨੇ ਇਹਨਾਂ ਨੂੰ, ਜਿਸ ਨੂੰ ਲੈ ਕੇ ਇਹ तमाम ਸੰਘਰਸ਼ ਜਿਹੜਾ ਹੈਗਾ ਉਲੀਕਿਆ ਗਿਆ ਹੈਗਾ। ਤੇ ਹੁਣ ਇਹ ਸੰਘਰਸ਼ ਜੋ ਵੀ ਨਿਕਲੇਗਾ ਅਸੀਂ ਪਲ ਪਲ ਦੀ ਅਪਡੇਟ ਇੱਥੋਂ ਜ਼ਰੂਰ ਪੁੱਜਦੀ ਕਰਾਂਗੇ। ਔਰ ਦੱਸ ਦਈਏ ਕਿ ਕੁਛ ਹੀ ਦੂਰੀ ਤੋਂ ਇੱਥੋਂ ਸਤੋਜ ਪਿੰਡ ਹੈਗਾ, ਕਿਉਂਕਿ ਜਿਵੇਂ ਜਿਵੇਂ ਅਸੀਂ ਅੱਗੇ ਵਧ ਰਹੇ ਹਾਂ ਗੁਰਪ੍ਰੀਤ, ਉੱਥੋਂ ਅੱਗੇ ਸਟੇਜ ਬਣਾਈ ਗਈ ਹੈਗੀ ਔਰ ਸਟੇਜ ਤੋਂ ਰਾਈਟ ਸਾਈਡ ਜਾ ਕੇ ਜਿਹੜਾ ਹੈ ਸਤੋਜ ਪਿੰਡ ਦੀ ਸ਼ੁਰੂਆਤ ਹੋ ਜਾਂਦੀ ਹੈ ਜਿੱਥੇ ਸੀਐਮ ਭਗਵੰਤ ਮਾਨ ਦੇ ਪਿੰਡ ਦੀ ਰਿਹਾਇਸ਼ ਹੈਗੀ ਹੈ, ਤੇ ਉੱਥੇ ਹੀ ਇਹ ਸਾਰੇ ਡੇਰੇ ਲਾਏ ਗਏ ਨੇ। ਔਰ ਲਗਾਤਾਰ ਜਿਹੜੀ ਹੈ ਆਮਦ ਕਿਸਾਨਾਂ ਦੀ ਇੱਥੇ ਜਿਹੜੀ ਹੈ ਵਧ ਰਹੀ ਹੈਗੀ ਹੈ, ਔਰ ਕਿਹਾ ਜਾ ਰਿਹਾ ਕਿ ਹੋਰ ਵੀ ਪੂਰੇ ਸੂਬੇ ਚੋਂ ਹਰ ਜ਼ਿਲ੍ਹੇ ਚੋਂ ਕਿਸਾਨ ਪੁੱਜੇ ਵੀ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਸੰਖਿਆ 'ਚ ਪੁੱਜਣਗੇ ਜੀ। ਕਿਉਂਕਿ ਕੋਹਲੀ ਖਾਸ ਤੌਰ ਤੇ ਜੇਕਰ ਇਸ ਗੱਲ ਤੇ ਥੋੜਾ ਜਿਹਾ ਤਫਸੀਲ ਦੇ ਨਾਲ ਜਾਣਕਾਰੀ ਲਈਏ ਤਾਂ ਦਿੱਲੀ ਦੇ ਵਿੱਚ ਵੀ ਪਹਿਲਾਂ ਬਹੁਤ ਘੱਟ ਕਿਸਾਨ ਪਹੁੰਚੇ ਤੇ ਉਸ ਤੋਂ ਬਾਅਦ ਮੋਰਚਾ ਦਿਨ ਪ੍ਰਤੀ ਦਿਨ ਵਾਧਾ ਹੋਇਆ ਨਜ਼ਰ, ਕਹਿ ਸਕਦੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਉਹਨਾਂ ਦਾ ਸਮਰਥਨ ਮਿਲਦਾ ਹੋਇਆ ਨਜ਼ਰ ਆਏ। ਤਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਥਾਨਕ ਸਰਕਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਹੋਰ ਵੀ ਜਥੇਬੰਦੀਆਂ ਸਮਰਥਨ ਦੇ ਸਕਦੀਆਂ ਨੇ, ਕਿਉਂਕਿ ਜਿਸ ਹਿਸਾਬ ਦੇ ਨਾਲ ਉਗਰਾਹਾਂ ਜਥੇਬੰਦੀ ਤੋਂ ਪਹਿਲਾਂ ਹੋਰ ਵੀ ਕਿਸਾਨ ਜਥੇਬੰਦੀ ਦੀਆਂ ਸੀਐਮ ਸਾਹਿਬ ਦੇ ਨਾਲ ਮੀਟਿੰਗਾਂ ਹੋਈਆਂ ਨੇ, ਉਸ ਦੇ ਵਿੱਚ ਜ਼ਰੂਰ ਹੱਲ ਕਰਨ ਦਾ ਭਰੋਸਾ ਜਤਾਇਆ ਗਿਆ, ਲੇਕਿਨ ਇੰਪਲੀਮੈਂਟੇਸ਼ਨ ਨੂੰ ਲੈ ਕੇ ਉਹਨਾਂ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਆ। ਬਿਲਕੁਲ ਅਗਰ ਗੱਲ ਕੀਤੀ ਜਾਵੇ ਗੁਰਪ੍ਰੀਤ, ਹੋਰ ਵੀ ਜਥੇਬੰਦੀਆਂ ਨੂੰ ਜਿਹੜਾ ਹੈ ਬਿਲਕੁਲ ਨਾਲ ਆ ਸਕਦੀਆਂ ਨੇ, ਲੇਕਿਨ ਹਜੇ ਜਿਸ ਤਰ੍ਹਾਂ ਅਸੀਂ ਦੱਸ ਰਹੇ ਹਾਂ ਕਿ ਸ਼ੁਰੂਆਤੀ ਤੌਰ ਤੇ ਬਿਕੀ ਉਗਰਾਹਾਂ ਦੀ ਕੋਲ ਤੇ ਹੀ तमाम ਕਿਸਾਨ ਪੁੱਜ ਰਹੇ ਆ। ਵੇਖ ਸਕਦੇ ਹੋ ਕਿ तमाम ਸਪੀਕਰ ਵਗੈਰਾ ਵੀ ਲਗਾਏ ਜਾ ਰਹੇ ਹੈਗੇ ਆ ਕਿਉਂਕਿ ਸਟੇਜ ਅੱਗੇ ਹੈਗੀ ਹੈ। ਜਿਸ ਤਰ੍ਹਾਂ ਸਿੰਘੂ ਬਾਰਡਰ ਹੁੰਦਾ ਸੀਗਾ, ਹੋਰ ਬਾਰਡਰ ਤੇ ਟਿਕਰੀ ਬਾਰਡਰ ਵਗੈਰਾ ਹੁੰਦਾ ਸੀਗਾ ਕਿ तमाम ਸਪੀਕਰ ਦੇ ਰਾਹੀਂ ਕਿ ਹਰ ਟਰੈਕਟਰ ਟਰਾਲੀ 'ਚ ਬੈਠੇ ਕਿਸਾਨ ਤੱਕ ਜਿਹੜੇ ਸੰਘਰਸ਼ ਬੈਠੇ ਹੈਗੇ ਨੇ ਪ੍ਰਦਰਸ਼ਨ ਕਰ ਰਹੇ ਉਹਨਾਂ ਤੱਕ ਆਵਾਜ਼ ਪੁੱਜ ਸਕੇ ਸਟੇਜ ਤੋਂ, ਉਸੇ ਤਰ੍ਹਾਂ ਵੇਖ ਸਕਦੇ ਹੋ ਸਪੀਕਰ ਐਂਡ ਤੱਕ ਲਗਾ ਦਿੱਤੇ ਗਏ ਨੇ। ਹਰ ਪੋਲ ਤੇ ਤੁਹਾਨੂੰ ਜਿਹੜਾ ਸਪੀਕਰ ਜ਼ਰੂਰ ਦਿਸੇਗਾ ਤੇ ਇਸ ਤੋਂ ਹੀ ਸਾਫ਼ ਹੁੰਦਾ ਹੈ ਕਿ ਜਿਸ ਤਰ੍ਹਾਂ ਕਿਸਾਨ ਰਾਸ਼ਨ ਨਾਲ ਲੈ ਕੇ ਆਏ ਹੈ, ਸਪੀਕਰਸ ਲੱਗ ਰਹੇ ਹੈ, ਲਾਈਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈਗਾ, ਗੈਸ ਸਟੋਵ ਵਗੈਰਾ ਸਭ ਨਾਲ ਹੈ, ਤੇ ਬਿਲਕੁਲ ਇੱਥੋਂ ਇਹ ਲੱਗ ਹੀ ਰਿਹਾ ਹੈਗਾ ਕਿ ਕਿਸਾਨ ਲੰਬੇ ਸਮੇਂ ਦਾ ਲੈ ਕੇ ਹੀ ਚੱਲ ਰਹੇ ਨੇ ਕਿ ਜਿੰਨਾ ਵੀ ਸਮਾਂ ਲੱਗੇਗਾ ਲੰਬਾ ਹੀ ਸਮਾਂ ਲੱਗੇਗਾ। ਔਰ ਜਦੋਂ ਤੱਕ ਕੁਝ ਇੱਕ ਗੱਲ ਹੋਰ ਇਸ ਨੂੰ ਸਮਝਣ ਦੀ ਬੇਹੱਦ ਲੋੜ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਹੁਣ ਜਿਹੜੀਆਂ ਤਿਆਰੀਆਂ ਨੇ ਇਸ ਰੋਡ ਦੇ ਉੱਪਰ ਚੱਲ ਰਹੀਆਂ ਨੇ ਸਿੰਘੂ ਬਾਰਡਰ ਦੀ ਤਰ੍ਹਾਂ, ਜਾਂ ਫਿਰ ਸਟੇਜ ਲੱਗ ਚੁੱਕੀ ਹੈ ਜਾਂ ਫਿਰ ਕਹਿ ਲਈ ਕਿ ਸਪੀਕਰ ਲਗਾਏ ਜਾ ਰਹੇ ਨੇ ਕਾਫੀ ਦੂਰ ਦੂਰ ਤੱਕ, ਜਿਹੜਾ ਬਠਿੰਡੇ ਤੋਂ ਵੀ ਕਿਸਾਨਾਂ ਦਾ ਆਉਣ ਦਾ ਸਿਲਸਿਲਾ ਵੱਖ-ਵੱਖ ਤਰ੍ਹਾਂ ਥਾਵਾਂ ਤੋਂ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੰਜ ਜਾਪ ਰਿਹਾ ਕਿ ਸ਼ਾਇਦ ਜੋ ਉਗਰਾਹਾਂ ਜਥੇਬੰਦੀ ਦੀ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਉਸ ਦੇ ਵਿੱਚ ਕੋਈ ਪੁਖਤਾ ਹੱਲ ਜਾਂ ਫਿਰ ਕਹਿ ਲਈਏ ਕਿ ਇਹਨਾਂ ਦੁਆਰਾ ਕਹੀ ਗੱਲ ਜ਼ਰੂਰ ਜਾ ਰਹੀ ਹੈ ਕਿ ਸਹਿਮਤੀ ਬਣ ਗਈ ਹੈ, ਲੇਕਿਨ ਉਸ ਮੀਟਿੰਗ ਤੋਂ ਹੀ ਬਾਅਦ ਉਗਰਾਹਾਂ ਜਥੇਬੰਦੀ ਨੂੰ ਇਸ ਗੱਲ ਦਾ ਇਲਮ ਹੋ ਗਿਆ ਸੀ ਕਿ ਸ਼ਾਇਦ ਹੁਣ ਸਰਕਾਰ ਧਰਨਾ ਹੀ ਲਵਾਊਗੀ। ਧਰਨੇ ਤੋਂ ਬਿਨਾਂ ਉਹਨਾਂ ਨੇ ਇਸ ਹਿਸਾਬ ਦੇ ਨਾਲ ਸੋਚਿਆ ਕਿ ਸਾਡਾ ਕੋਈ ਹੱਲ ਨਹੀਂ ਹੈ, ਯਾਨੀ ਕਿ ਮੀਟਿੰਗ ਜਿਹੜੀ ਰਹੀ ਹੈ ਉਹ ਬਹੁਤ ਹੀ ਸਾਰਥਕ ਨਹੀਂ ਜਾਪ ਰਹੀ, ਜਿਸ ਤੋਂ ਬਾਅਦ ਹੁਣ ਐਡਾ ਬੜਾ ਸਟੈਪ ਸਿੰਘੂ ਬਾਰਡਰ ਦੀ ਤਰ੍ਹਾਂ ਹੁਣ ਕਿਸਾਨ ਲੈ ਰਹੇ ਨੇ ਇੱਥੇ ਸੰਗਰੂਰ ਵਿਖੇ। ਦੇਖੋ ਗੁਰਪ੍ਰੀਤ, ਮੰਗਾਂ ਜਿਹੜੀਆਂ ਹੈਗੀਆਂ ਕਾਫੀ ਜਿਹੜੀ ਉਸ ਇੱਕ ਲੰਬੀ ਚੌੜੀ ਲਿਸਟ ਹੈਗੀ ਹੈ ਔਰ तमाम ਮੰਗਾਂ ਵੀ ਅਸੀਂ ਦੱਸ ਦਿੰਦੇ ਹਾਂ ਔਰ ਇਹਨਾਂ ਦਾ ਕਹਿਣਾ ਕਿ ਜਦ ਤੱਕ ਇੰਪਲੀਮੈਂਟ ਨਹੀਂ ਹੋ ਰਹੀਆਂ ਔਰ ਸਾਨੂੰ ਇੰਪਲੀਮੈਂਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ, ਇਸੇ ਕਰਕੇ ਸੰਘਰਸ਼ ਲਿਖਿਆ। ਹੁਣ ਮੰਗਾਂ ਜਿਵੇਂ ਹੈਗੀਆਂ ਨੇ ਕਿ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ 23 ਫਸਲਾਂ ਦੇ ਉੱਤੇ MSP ਦਿੱਤਾ ਜਾਵੇ ਔਰ ਉਸ ਨੂੰ ਫਸਲ ਨੂੰ ਜਿਹੜਾ ਖਰੀਦਣ ਦੀ ਗਰੰਟੀ ਵੀ ਦਿੱਤੀ ਜਾਵੇ, ਇਹ ਮੰਗ ਹੈਗੀ ਹੈ। ਔਰ ਇਸ ਤੋਂ ਇਲਾਵਾ ਜਿਹੜਾ ਹੈ ਕਿਸਾਨਾਂ ਦੀ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਰੋਡ ਪ੍ਰੋਜੈਕਟਸ ਦੇ ਲਈ, ਉਸ 'ਚ ਜਿਹੜਾ ਹੈਗਾ ਸਹੀ ਮੁਆਵਜ਼ੇ ਜਿਹੜੇ ਹੈ ਦਿੱਤੇ ਜਾਣ। ਇਸ ਤੋਂ ਇਲਾਵਾ ਪਰਾਲੀ ਦਾ ਸਮੱਸਿਆ ਹਰ ਸਾਲ ਆਉਂਦੀ ਹੈਗੀ ਆ ਔਰ ਕਿਸਾਨਾਂ ਤੇ ਜਿਹੜਾ ਹੈਗਾ ਇਹ ਕਿਹਾ ਜਾਂਦਾ ਹੈ ਕਿ ਅਸੀਂ ਜੁਰਮਾਨੇ ਕਰਾਂਗੇ, ਜਿਹੜੇ ਸਜ਼ਾ ਹੋਵੇਗੀ, ਉਹ तमाम ਚੀਜ਼ਾਂ ਹੈਗੀਆਂ। ਤੇ ਇਹਨਾਂ ਨੇ ਕਹਿਣਾ ਹੈਗਾ ਜੋ ਪਹਿਲਾਂ ਜੋ ਪਰਚੇ ਹੋਏ ਹੈਗੇ ਆ ਪਰਾਲੀ ਨੂੰ ਸਾੜਨ ਨੂੰ ਲੈ ਕੇ, ਇੱਕ ਤੇ ਉਹ ਖਤਮ ਕੀਤੇ ਜਾਣ। ਇਸ ਤੋਂ ਇਲਾਵਾ ਜਿਹੜਾ ਹੈ ਹੁਣ ਆਉਣ ਵਾਲਾ ਜਿਹੜਾ ਸਮਾਂ ਹੈ ਕਿਉਂਕਿ ਪਰਾਲੀ ਦੀ ਮੈਨੇਜਮੈਂਟ ਫਿਰ ਕਰਨੀ ਪੈਣੀ ਹੈ ਤੇ ਉਸ ਨੂੰ ਲੈ ਕੇ ਜਾਂ ਤੇ 5000 ਰੁਪਏ ਪ੍ਰਤੀ ਏਕੜ ਦਿੱਤੇ ਜਾਵੇ ਜਾਂ ਫਿਰ ਕੁਇੰਟਲ ਦੇ ਹਿਸਾਬ ਨਾਲ ਕਿ ਪ੍ਰਤੀ ਕੁਇੰਟਲ ਫਸਲ ਦੇ ਪਿੱਛੇ 200 ਰੁਪਏ ਪਰਾਲੀ ਦੀ ਸਾਂਭ ਸੰਭਾਲ ਲਈ ਦਿੱਤੀ ਜਾਵੇ ਤਾਂ ਕਿ ਕਿਸਾਨ ਖੁਦ ਸਾਂਭ ਸੰਭਾਲ ਜਿਹੜੀ ਹੈ ਕਰ ਸਕਣ। ਔਰ ਕਿਉਂਕਿ ਕਿਸਾਨਾਂ ਦਾ ਕਹਿਣਾ ਹੈਗਾ ਕਿ ਕਈ ਛੋਟੇ ਕਿਸਾਨ ਵੀ ਹੈਗੇ ਨੇ, ਹਰ ਕੋਈ ਜਿਹੜਾ ਹੈ ਲੱਖਾਂ ਰੁਪਏ ਦੀ ਮਸ਼ੀਨਰੀ ਜਿਹੜੀ ਹੈ ਉਹ ਨਹੀਂ ਖਰੀਦ ਸਕਦਾ ਹੈਗਾ, ਇਸ ਲਈ ਖੁਦ ਸਾਂਭ ਸੰਭਾਲ ਕਰ ਲਈਏ, ਲੇਬਰ ਲਾ ਕੇ ਜਾਂ ਕਿਸੇ ਵੀ ਤਰ੍ਹਾਂ ਕਰ ਲਈਏ ਤਾਂ ਉਸ ਨੂੰ ਸਾੜੀਏ ਨਾ, ਤਾਂ ਇਸ ਕਰਕੇ ਮੁਆਵਜ਼ਾ ਦਿੱਤਾ ਜਾਵੇ। ਔਰ ਅਸੀਂ ਜਦੋਂ ਗੁਰਪ੍ਰੀਤ ਗੱਲ ਕਰਦੇ ਹੈਗੇ ਆ ਐਗਰੀਕਲਚਰ ਐਕਸਪਰਟਸ ਨਾਲ ਅਸੀਂ ਗੱਲਬਾਤ ਕੀਤੀ ਸੀ ਕੁਝ ਸਮੇਂ ਪਹਿਲਾਂ ਤੇ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਸਾਂਭ ਸੰਭਾਲ ਕਿਸਾਨਾਂ ਦੇ ਉੱਪਰ ਛੱਡ ਦੇਣੀ ਚਾਹੀਦੀ ਹੈਗੀ ਹੈ ਤੇ ਮਸ਼ੀਨਰੀਜ਼ ਬਿਲਕੁਲ ਉਹ ਕਹਿੰਦੇ ਹਰ ਇੱਕ ਦੇ ਪਹੁੰਚ ਤੋਂ
ਪਹੁੰਚ ਨਹੀਂ ਹੁੰਦੀਆਂ, ਹਰ ਇੱਕ ਦੇ ਪਹੁੰਚ ਤੋਂ ਬਾਹਰ ਜਿਹੜਾ ਕਈਆਂ ਦੇ ਪਹੁੰਚ ਤੋਂ ਬਾਹਰ ਹੁੰਦੀ ਹੈ ਕਈ ਕਿਸਾਨਾਂ ਦੇ, ਤੇ ਇਸ ਕਰਕੇ ਕਿਸਾਨਾਂ ਤੇ ਛੱਡਣਾ ਹੀ ਸਭ ਤੋਂ ਜਿਹੜਾ ਹੈਗਾ ਇੱਕ ਸੋਲੂਸ਼ਨ ਕਹਿੰਦੇ ਨਜ਼ਰ ਆਉਂਦਾ ਹੈਗਾ। ਤੇ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਕਿ ਮੈਨੇਜਮੈਂਟ ਖੁਦ ਕਿਸਾਨ ਕਰਨ ਪਰਾਲੀ ਦੀ, ਇਸ ਕਰਕੇ ਮੁਆਵਜ਼ੇ ਦੇ ਦਿੱਤੇ ਜਾਣ, ਇਹ ਵੀ ਮੰਗ ਹੈਗੀ ਹੈ। ਇਸ ਤੋਂ ਇਲਾਵਾ ਲੰਪੀ ਸਕਿਨ, ਗੁਰਪ੍ਰੀਤ ਲੰਪੀ ਸਕਿਨ ਇਹੋ ਜਿਹੀ ਬਿਮਾਰੀ ਚੱਲੀ ਕਿਉਂਕਿ ਪਸ਼ੂ ਜਾਂ ਇੱਕ ਕਿਸਾਨਾਂ ਦੇ ਜਿਹੜਾ ਹੈਗਾ ਮੁੱਖ ਰੋਜ਼ਗਾਰ ਦੇ ਸਾਧਨ ਇੱਕ ਖੇਤੀ ਹੁੰਦੀ ਹੈ ਤੇ ਦੂਸਰਾ ਹੁੰਦੇ ਪਸ਼ੂ ਪਾਲਣ, ਉਹਦੇ ਦੁੱਧ ਵੇਚਣਾ ਜਾਂ ਤਮਾਮ ਉਹਨਾਂ ਨਾਲ ਜਿਹੜਾ ਘਰ ਚੱਲਦੇ ਹੈਗੇ ਆ, ਤਮਾਮ ਰੋਜ਼ਗਾਰ ਚੱਲਦਾ ਹੈਗਾ। ਤੇ ਲੰਪੀ ਸਕਿਨ ਨਾਲ ਬਹੁਤ ਪਸ਼ੂਆਂ ਦੀ ਜਿੱਥੇ ਮੌਤ ਹੋਈ, ਔਰ ਲੰਪੀ ਸਕਿਨ ਦੀ ਬਿਮਾਰੀ ਹਜੇ ਵੀ ਪੂਰੀ ਤਰ੍ਹਾਂ ਨਾਲ ਹਟੀ ਨਹੀਂ ਹੈ। ਇਸ ਕਰਕੇ ਜਿਹੜੇ ਵੀ ਪਸ਼ੂਆਂ ਦੀ ਕੋਈ ਮੌਤ ਹੋਈ ਉਸ ਨੂੰ ਜਿਹੜਾ ਮੁਆਵਜ਼ੇ ਜਿਹੜੇ ਦਿੱਤੇ ਜਾਣ ਕਿਸਾਨਾਂ ਨੂੰ। ਹੋਰ ਜਿਸ ਤਰ੍ਹਾਂ ਲਖੀਮਪੁਰ ਖੀਰੀ ਇੰਸੀਡੈਂਟ ਨੂੰ ਲੈ ਕੇ ਕੀ ਐਕਸ਼ਨ ਜਿਹੜੇ ਆ ਬਣਦੇ ਹਜੇ ਤੱਕ ਨਹੀਂ ਹੋਏ, ਇਹ ਕਿਸਾਨਾਂ ਦਾ ਕਹਿਣਾ ਹੈਗਾ। ਤੇ ਦੂਸਰਾ ਜਿਹੜਾ ਹੈ ਉੱਥੇ ਜਿਹੜੇ ਕਿਸਾਨ ਸੀਗੇ, ਚਾਹੇ ਉਹ ਲਖੀਮਪੁਰ ਖੀਰੀ ਇੰਸੀਡੈਂਟ 'ਚ ਜਿਹੜੇ ਹੈਗੇ ਆ ਸ਼ਹੀਦ ਹੋਏ ਜਾਂ ਫਿਰ ਜਿਹੜੇ ਫਾਰਮਰ ਪ੍ਰੋਟੈਸਟ ਜਦੋਂ ਚੱਲ ਰਿਹਾ ਸੀ ਉਸ ਵੇਲੇ ਜਿਹੜੀ ਉਹਨਾਂ ਦੀ ਡੈਥਸ ਹੋਈਆਂ ਹੈਗੀਆਂ ਨੇ, ਉਹਨਾਂ ਨੂੰ ਜਿਹੜਾ ਹੈਗਾ ਹਾਲੇ ਤੱਕ ਕਹਿੰਦੇ ਨੇ ਸਰਕਾਰੀ ਨੌਕਰੀਆਂ ਨਹੀਂ ਮਿਲੀਆਂ ਹਰ ਪਰਿਵਾਰ ਨੂੰ, ਤੇ 10-10 ਲੱਖ ਰੁਪਏ ਜਿਹੜੇ ਹਰ ਪਰਿਵਾਰ ਨੂੰ ਦਿੱਤੇ ਜਾਣ। ਕਈ ਮੰਗਾਂ ਜਿਹੜੀਆਂ ਹੈਗੀਆਂ ਹੋਰ ਵੀ ਇਸ ਜਿਹੜੇ ਹੈਗੀ ਇੱਕ ਲਿਸਟ ਹੈਗੀ ਹੈ ਪੂਰੀ। ਉਹ ਕਹਿੰਦੇ ਜਦ ਤੱਕ ਇੰਪਲੀਮੈਂਟ ਨਹੀਂ ਹੋ ਜਾਂਦੀਆਂ ਤਮਾਮ ਮੰਗਾਂ ਤੇ ਅਸੀਂ ਕੇਂਦਰ ਸਰਕਾਰ ਔਰ ਸੂਬਾ ਸਰਕਾਰ ਦੇ ਖਿਲਾਫ ਇਹ ਧਰਨਾ ਜਿਹੜਾ ਹੈ ਲਗਾਤਾਰ ਜਾਰੀ ਰੱਖਾਂਗੇ। ਕਿਸਾਨ ਕਾਫੀ ਕਹਿ ਸਕਦੇ ਹਾਂ ਕਾਫੀ ਪੱਕੇ ਜਾਂ ਫਿਰ ਪੱਕੇ ਮੋਰਚੇ ਤਹਿਤ ਆਪਣੀਆਂ ਪੂਰੀਆਂ ਤਿਆਰੀਆਂ ਕਰਕੇ ਆ ਰਹੇ ਨੇ, ਇਸ ਹਿਸਾਬ ਦੇ ਨਾਲ ਜਾਪ ਰਿਹਾ। ਤੇ ਕਿਸਾਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਕਿ ਉਹਨਾਂ ਨੂੰ ਕੀ ਲੱਗਦਾ ਹੈ ਸਰਕਾਰ ਦਾ ਨਜ਼ਰੀਆ, ਕਿਉਂਕਿ ਜਦੋਂ ਵੋਟਾਂ ਪਾਈਆਂ ਗਈਆਂ ਤਾਂ ਉਸ ਵਕਤ ਇਹ ਗੱਲਬਾਤ ਹੋਈ ਕਿ ਅਸੀਂ ਸਾਰਿਆਂ ਨੂੰ ਦੇਖ ਲਿਆ, ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਕਾਂਗਰਸ ਹੈ ਜਾਂ ਫਿਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਵੀ ਦੇਖ ਲਿਆ, ਤੇ ਅਸੀਂ ਇੱਕ ਨਵਾਂ ਮੌਕਾ ਹੁਣ ਆਮ ਆਦਮੀ ਪਾਰਟੀ ਨੂੰ ਦੇਣ ਜਾ ਰਹੇ ਹਾਂ। ਕੀ ਲੱਗਦਾ ਹੈ ਕਿ ਉਹਨਾਂ ਨੇ ਜੋ ਮੌਕਾ ਦਿੱਤਾ, ਸੂਬੇ ਦੀ ਆਵਾਮ ਨੇ ਜੋ ਮੌਕਾ ਦਿੱਤਾ, ਕਿ ਉਹ ਸਹੀ ਸਿੱਧ ਹੋ ਰਿਹਾ ਜਾਂ ਫਿਰ ਕਿਤੇ ਨਾ ਕਿਤੇ ਫੇਰ ਤੋਂ ਹੀ ਜੋ ਉਹੀ ਸੰਘਰਸ਼ ਜੋ ਪਹਿਲਾਂ ਤੋਂ ਚੱਲ ਰਹੇ ਸੀ ਉਸੇ ਹਿਸਾਬ ਦੇ ਨਾਲ ਸਾਰਾ ਸਿਸਟਮ ਬਰਕਰਾਰ ਹੈ? ਕਿਸਾਨਾਂ ਨੂੰ ਇਸ ਬਾਬਤ ਕੀ ਲੱਗਦਾ, ਇਸ ਵਾਰ ਜ਼ਰੂਰ ਗੱਲਬਾਤ ਕਰਿਓ। ਬਿਲਕੁਲ ਗੁਰਪ੍ਰੀਤ, ਅੱਗੇ ਵੀ ਕਿਸਾਨ ਸਾਡੇ ਹੈਗੇ ਨੇ, ਉਹਨਾਂ ਨਾਲ ਗੱਲਬਾਤ ਜ਼ਰੂਰ ਅਸੀਂ ਕਰਾਂਗੇ। ਤੇ ਦੱਸ ਦਈਏ ਕਿ ਸਟੇਜ ਵੀ ਬਸ ਸਾਡੇ ਤੋਂ ਕੁਛ ਹੀ ਦੂਰੀ ਤੇ ਰਹਿ ਗਈ ਹੈ, ਅੱਗੇ ਸਟੇਜ ਲੱਗੀ ਹੋਈ ਹੈ ਜਿਹੜੀ ਮੁੱਖ ਸਟੇਜ ਬਣਾਈ ਗਈ ਹੈਗੀ ਹੈ। ਤੇ ਇੱਕ ਪਾਸੇ ਰਾਹ ਇਸ ਕਰਕੇ ਛੱਡਿਆ ਗਿਆ ਹੈਗਾ ਗੱਡੀਆਂ ਨੂੰ ਕਿ ਸਮਾਨ ਜਿਹੜਾ ਹੈਗਾ ਇੱਥੇ ਜੋ ਪੁੱਜਣਾ ਹੈ ਉਹ ਪੁੱਜ ਸਕੇ ਤਮਾਮ। ਤੇ ਇੱਧਰ ਗੱਲਬਾਤ ਕਰ ਲੈਣੇ ਹੈਗੇ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਕੀ ਹੈ ਜੀ? ਠੀਕ ਹੈ ਜੀ। तमाम ਸਰਕਾਰਾਂ ਆਈਆਂ ਕਿਸਾਨਾਂ ਦੀਆਂ ਮੰਗਾਂ, ਲੇਕਿਨ ਕਿਸਾਨ ਕਹਿੰਦੇ ਨੇ ਕਿ ਮੰਨੀਆਂ ਨਹੀਂ ਜਾਂਦੀਆਂ ਨੇ, ਕਈ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ। ਤੇ ਆਮ ਆਦਮੀ ਪਾਰਟੀ ਸਰਕਾਰ ਤੋਂ ਜੋ ਸੂਬੇ ਸਰਕਾਰ ਤੋਂ ਉਮੀਦ ਸੀਗੀ ਤੇ ਉਹ ਹਜੇ ਤੱਕ ਨਹੀਂ ਲੱਗਦਾ ਕਿ ਪੂਰੀ ਨਹੀਂ ਹੋਏਗੀ। ਉਹ ਉਹਨਾਂ ਨਾਲ ਰਲ ਗਏ ਜੀ, ਇਹ ਵੀ ਨਹੀਂ ਕਰਦਾ, ਪੂਰੀਆਂ ਨਹੀਂ ਹੋ ਰਹੀਆਂ। ਜੱਟ ਨੂੰ ਜਿਹੜੇ ਮਾਰ ਕੇ ਰਾਜੀ ਨਹੀਂ ਜ਼ਿਮੀਂਦਾਰ ਨੂੰ। ਨਹੀਂ, ਹੁਣ ਪਿੱਛੇ ਮੀਟਿੰਗ ਹੋਈ, ਉਗਰਾਹਾਂ ਸਾਹਿਬ ਦੀ ਮੀਟਿੰਗ ਹੋਈ, ਉਸ ਚ ਕੁਝ ਨਜ਼ਰ ਨਹੀਂ ਆ ਰਿਹਾ ਕਿ ਇੰਪਲੀਮੈਂਟ ਹੋਣ। ਉਹਦੇ ਵਿੱਚ ਉਹਦੇ ਮੌਕੇ ਤੇ ਕੀਤਾ ਮਗਰ ਨਹੀਂ ਉਹਨੇ ਕੁਝ ਬੋਲਿਆ, ਮਗਰ ਕੁਝ ਨਹੀਂ ਬੋਲਿਆ ਨੇ। ਤੇ ਸੰਘਰਸ਼ ਹੀ ਕੀਤਾ ਜਾਵੇਗਾ, ਇਹ ਚੱਲੇ ਜਾਊਗਾ, ਇੱਕ ਮਹੀਨਾ ਚੱਲੂ ਜੀ, ਕੋਈ ਫੈਸਲਾ ਨਹੀਂ, ਉੱਠਦੇ ਨਹੀਂ, ਉੱਠਣਾ ਨਹੀਂ ਹੈ। ਤੇ ਬਿਲਕੁਲ ਗੁਰਪ੍ਰੀਤ, ਅੱਗੇ ਵੇਖ ਸਕਦੇ ਹੋ। ਠੀਕ ਹੈ ਅੰਕੁਸ਼, ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਜਾਰੀ ਰੱਖੋ। ਮੁੜ ਤੋਂ ਤੁਹਾਡੇ ਕੋਲ ਅਪਡੇਟ ਲੈਣ ਦੇ ਲਈ ਜ਼ਰੂਰ ਪਹੁੰਚਾਂਗੇ।